अस्सलाम वालेकुम सज्जनों ਤੇ ਬੇਲੀਓ ਨਜ਼ਰ ਚੌਹਾਨ ਤੁਹਾਡੇ ਨਾਲ ਅਮਰੀਕਾ ਤੋਂ ਰਾਬਤੇ ਵਿੱਚ। ਇਸ ਵਕਤ ਦਰਜਾ ਹਰਾਰਤ ਇੱਥੇ ਬਾਹਰ ਕੋਈ 30 ਡਿਗਰੀ ਸੈਂਟੀਗ੍ਰੇਡ ਹੈ। ਹੁਮ ਬੜਾ ਹੈ, ਹਵਾ ਬਿਲਕੁਲ ਨਹੀਂ ਚੱਲ ਰਹੀ। ਹੁਮ ਇਸ ਲਈ ਹੈ ਸਕਾਈ ਓਵਰਕਾਸਟ ਹੈ, ਸ਼ਾਮ ਨੂੰ ਬਾਰਿਸ਼ ਹੋਣੀ। 3-4 ਦਿਨ ਇੱਥੇ ਬਾਰਿਸ਼ਾਂ ਰਹਿਣਗੀਆਂ। ਇਹ ਜਿਹੜਾ 30 ਤੱਕ ਦਾ ਦਰਜਾ ਹਰਾਰਤ ਹੈ ਨਾ, ਇਹ ਕੋਈ ਸਤੰਬਰ ਦੇ ਪਹਿਲੇ ਹਫਤੇ ਤੱਕ ਚੱਲਦਾ। ਉਹ ਤੋਂ ਬਾਅਦ ਤੋਂ ਬਸ ਫਿਰ 30 ਤੋਂ ਜਦੋਂ ਥੱਲੇ ਡਿੱਗਦਾ ਹੈ ਦਰਜਾ ਹਰਾਰਤ, ਬਸ ਫਿਰ ਮੌਜਾਂ ਹੀ ਮੌਜਾਂ। ਇਹ ਹਾਰਡਲੀ 2 ਮਹੀਨੇ ਮੁਸ਼ਕਲ ਦੇ ਹੁੰਦੇ ਆ ਜਿਹਦੇ 'ਚ ਕੋਈ ਗਰਮੀ ਔਰ ਹੁਮ ਹੈ। ਅੱਜ ਤੁਸੀਂ ਦੇਖਿਆ ਮੈਂ ਕੈਦੀ ਨੰਬਰ 804 ਦੀ ਲੀੜੇ ਟੀ-ਸ਼ਰਟ ਪਾਈ ਹੋਈ ਹੈ। ਮੈਂ ਸਮਝਦਾ ਮੇਰੇ ਇਮਰਾਨ ਖਾਨ ਨਾਲ ਹਮੇਸ਼ਾ ਬਹੁਤ ਜ਼ਿਆਦਾ ਇਖਤਲਾਫਾਤ ਰਹੇ, ਬਹੁਤ ਜ਼ਿਆਦਾ ਇਖਤਲਾਫਾਤ ਹੈ ਨੇ ਔਰ ਰਹਿਣਗੇ ਸ਼ਾਇਦ, ਲੇਕਿਨ ਇਹਦੇ ਬਾਵਜੂਦ ਮੈਂ ਚਾਹੁੰਦਾ ਕਿ ਉਹ ਇਲੈਕਸ਼ਨ ਜਿੱਤਿਆ ਉਹਨੂੰ ਰਿਹਾ ਕੀਤਾ ਜਾਏ, ਹਿਸਟਰੀ ਨੂੰ ਕਰੈਕਟ ਕੀਤਾ ਜਾਏ, ਅਸੀਂ ਆਪਣੀਆਂ ਗਲਤੀਆਂ ਠੀਕ ਕਰਾਂ। ਲੇਕਿਨ ਤੁਸੀਂ ਦੇਖੋ ਪੀਟੀਆਈ ਦੀ ਜਿਹੜੀ ਲੀਡਰਸ਼ਿਪ ਹੈ ਔਰ ਜਿਹੜੇ ਅਹੁਦੇਦਾਰ ਨੇ ਉਹ ਉਹਦੇ ਨਾਲ ਗੱਦਾਰੀ ਕਰ ਰਹੇ ਨੇ। ਚਲੋ ਉਹ ਤੇ ਮਤਲਬ ਲਈ ਕਰ ਰਹੇ ਨੇ। ਕਈ ਲੋਕ ਮਤਲਬ ਮੈਂ ਦੇਖਿਆ ਆ ਕਿ ਉਹਦੇ ਨਾਲ ਬੇਹੱਦ ਪਿਆਰ ਦਾ ਇਜ਼ਹਾਰ ਵੀ ਕਰਦੇ ਨੇ। ਪੀਟੀਆਈ ਦੇ ਨਾਲ ਬਹੁਤ ਮਰ ਜਾਵਾਂਗੇ, ਕੱਟ ਜਾਵਾਂਗੇ, ਡੈਡਲਾਈਨ ਹੈ ਵੀ ਬਿਲਕੁਲ ਨਹੀਂ ਬਾਹਰ ਨਿਕਲ ਰਹੇ। ਅਲੀ ਅਮੀਨ ਗੰਡਾਪੁਰ ਨੇ ਤੇ ਕਮਾਲ ਹੀ ਕੀਤੀ ਜਨਾਬ। ਉਹ ਤੇ ਮਰੀਮ ਦਾ ਗੈਸਟ ਬਣਿਆ ਸੀ, 5 ਸਟਾਰ ਹੋਟਲਾਂ 'ਚ ਉਹਨੂੰ ਰਿਹਾਇਸ਼ ਮਿਲੀ ਹੋਈ ਸੀ। ਅਫਰੀਦੀ ਨੇ 1 ਅਰਬ ਰੁਪਇਆ ਐਮਪੀਏਸ ਨੂੰ ਦੇਣਾ ਆ। ਜਿਹੜਾ ਵੀ ਸੈਨੇਟਰ ਬਣੇਗਾ ਪੀਟੀਆਈ ਦੇ ਟਿਕਟ ਤੇ ਉਹ 1 ਅਰਬ ਰੁਪਇਆ ਦੇਗਾ ਗੰਡਾਪੁਰ ਵਗੈਰਾ ਨੂੰ, ਪਾਰਟੀ ਨੂੰ ਨਹੀਂ ਦੇਗਾ, ਗੰਡਾਪੁਰ ਵਗੈਰਾ ਨੂੰ। ਕਮਾਲ ਯਾਰ, ਵੈਸੇ ਮੈਂ ਬਹੁਤ ਹੈਰਾਨ ਹੈ। ਇਸ ਤਰ੍ਹਾਂ ਸੈਨੇਟਰ ਗੁਲਜ਼ਾਰ ਉਹਦੇ ਬੇਟੇ ਇਹ ਖਰੀਦਦੇ ਹੁੰਦੇ ਸੀ ਫਾਟਾ ਦੀਆਂ ਸੀਟਾਂ, ਔਰ ਇਹ ਫਿਰ ਇੰਡੀਪੈਂਡੈਂਟ ਜਿੱਤ ਕੇ ਤੇ ਪੀਪੀਪੀ ਚਾਹੁੰਦੇ ਸੀ ਜਾਂ ਪੀਪੀਪੀ ਤੋਂ ਇਹ ਪੈਸੇ ਦਿੰਦੇ ਸੀ। ਕਮਾਲ ਹੈ ਯਾਰ। ਸੈਨੇਟ ਮੈਂ ਤਾਂ ਕਹਿੰਦਾ ਇਹ ਖਤਮ ਹੀ ਕਰ ਦਿਓ। ਸੈਨੇਟ ਦਾ ਤੇ ਮਕਸਦ ਇਹ ਸੀ ਕਿ ਜਿਹੜੇ ਟੈਕਨੋਕਰੈਟ ਜਾਂ ਮੇਰੇ ਵਰਗੇ ਬੰਦੇ ਜਿਹੜੇ, ਮੈਂ ਤੇ ਖੈਰ ਇਲੈਕਸ਼ਨ ਦੀ ਕੀ ਸੀ ਕਰ ਸਕਦਾ, ਪਪੂਲਰ ਵੋਟ ਤੇ ਆਉਣਾ ਚਾਹੁੰਦਾ ਹਾਂ ਆਪਣੇ ਹਲਕੇ ਤੋਂ ਇਲੈਕਸ਼ਨ ਜਿੱਤ ਕੇ, ਤੇ ਉਹਨਾਂ ਲਈ ਹੈ ਕਿ ਯਾਰ ਉਹ ਕੋਈ ਥਿੰਕ ਟੈਂਕ ਦਾ ਕੰਮ ਕਰਨ। ਉਹ ਤੇ ਥਿੰਕ ਟੈਂਕ ਦਾ ਚੇਅਰਮੈਨ ਦੇਖੋ ਯੂਸਫ ਰਜ਼ਾ ਗਿਲਾਨੀ, ਹਰਾਮਜ਼ਾਦਾ ਫਰਾਡੀਆ, ਨੌਸਰਬਾਜ਼। ਹਾਂਜੀ ਕਮਾਲ ਹੈ ਯਾਰ। ਵੈਸੇ ਕੱਲ ਮੈਨੂੰ ਉਹਨਾਂ ਨੇ ਡਾਕਟਰ ਆਮਿਰ ਬੇਗ ਨੇ, ਜਿਹੜੇ ਇੱਥੇ ਨਿਊ ਜਰਸੀ 'ਚ ਸ਼ਾਇਰ ਵੀ ਨੇ, ਡਾਕਟਰ ਵੀ ਨੇ, ਬਹੁਤ ਕੁਛ ਨੇ, ਔਰ ਇਹਨਾਂ ਨੂੰ ਮੈਂ ਅਕਸਰ ਰੋਲਦਾ ਰਹਿੰਦਾ ਤੇ ਕਿਉਂਕਿ ਇਹ ਮੇਰਾ ਸਾਥ ਨਹੀਂ ਬਿਲਕੁਲ ਵੀ ਦਿੰਦੇ ਜਨਾਬ ਸਾਹਿਬ ਨਿਕਲਣ 'ਚ। ਔਰ ਚਾਹੇ ਨਿਊਯਾਰਕ ਪ੍ਰੋਟੈਸਟ ਹੋਏ, ਚਾਹੇ ਜਿੱਥੇ ਮਰਜ਼ੀ ਪ੍ਰੋਟੈਸਟ ਹੋਏ, ਔਰ ਹੁਣ ਦੀ ਪ੍ਰੋਟੈਸਟ ਤੇ ਡਾਕਟਰ ਸ਼ਾਹਿਦ ਨਸਰ ਸ਼ੇਰ ਦੇ ਬੱਚੇ ਨੇ ਇਹਨੂੰ ਸ਼ਰਮ ਦਿਵਾਉਣ ਲਈ ਇਹਦੇ ਘਰ ਦੇ ਸਾਹਮਣੇ ਬੱਸ ਚਲਾਤੀ। ਇਹ ਨਿਊ ਜਰਸੀ ਦਾ ਪੀਟੀਆਈ ਦਾ ਸਦਰ ਹੈ। ਔਰ ਠੀਕ ਹੈ ਮੈਂ ਗਾਲਾਂ ਦਿੱਤੀਆਂ, ਮੇਰੀ ਮੁਆਜ਼ਰਤ, ਮੈਂ ਉਹ ਕੌੜਾ ਜਿਹਾ ਬੰਦਾ ਆ। ਔਰ ਇਹਨੇ ਉਹਨੂੰ ਲਾਈਟ ਉਹਦੇ 'ਚ ਮਤਲਬ ਠੀਕ ਐਕਸੈਪਟ ਕੀਤੀਆਂ ਘਿਓ ਦੀਆਂ ਨਾਲਾਂ ਕਿਹਾ। ਉਹ ਮਾਂ ਪਿਓ ਜਿੰਦਾ ਕਹਿੰਦੇ ਹੁੰਦੇ ਸੀ, ਮਾਂ ਪਿਓ ਦੀਆਂ ਗਾਲਾਂ ਘਿਓ ਦੀਆਂ ਨਾਲਾਂ, ਠੀਕ ਹੈ ਜੀ। ਔਰ ਤੁਸੀਂ ਇਹਦਾ ਜਵਾਬ ਦੇਖੋ, ਉਜ਼ਰ ਦੇਖੋ ਇਹਦਾ ਮਤਲਬ। ਉਹ ਬੱਸ 'ਚ ਜਿਹੜੀ ਇਹਦੇ ਘਰ ਦੇ ਸਾਹਮਣੋਂ ਚਲੀ, 25 ਸਵਾਰੀਆਂ ਸੀ ਜਿਹਦੇ ਤੋਂ 10 ਮੇਰੀਆਂ ਸੀ। ਇੱਕ ਫੈਮਿਲੀ 2-3 ਮੈਂ 10 ਬੰਦੇ ਅਸੀਂ ਸੀ, 15 ਡਾਕਟਰ ਸ਼ਾਇਦ ਨਸਰ ਦੇ ਸੀ। ਇੱਕ ਬੰਦਾ ਇਹਦਾ ਨਹੀਂ, ਹਾਲਾਂਕਿ ਤੂੰ ਨਹੀਂ ਜਾ ਰਿਹਾ ਸੀ ਕਮ ਅਜ਼ ਕਮ। ਨੋਬਡੀ ਇਜ਼ ਪੁਸ਼ਡ ਅਬਾਊਟ ਪਾਕਿਸਤਾਨ। ਕੋਈ ਪਾਕਿਸਤਾਨ ਨੂੰ ਠੀਕ ਹੀ ਨਹੀਂ ਕਰਨਾ ਚਾਹੁੰਦਾ। ਨੋਬਡੀ ਇਜ਼ ਵਰਿਡ ਅਬਾਊਟ ਪਾਕਿਸਤਾਨ। ਦਿੱਤਾ ਹੈ ਨਾ ਘਰ, 14 ਕਰੋੜ ਦਾ ਘਰ ਕਬਜ਼ੇ 'ਚ ਕਰਾਇਆ ਹੈ ਨਾ। I want to make things right. I want to do it for sake of posterity. ਆने ਵਾਲੀਆਂ ਨਸਲਾਂ ਲਈ ਕਰਨਾ ਚਾਹੁੰਦਾ ਹੈ। ਲਿਖਦੇ ਨੇ ਚੌਹਾਨ ਸਾਹਿਬ, अस्सलाम वालेकुम जनाब मन, ਮੈਂ ਤੇ ਚਾਹ ਕਾਫੀ ਸੋਡਾ ਤੱਕ ਨਹੀਂ ਪੀਂਦਾ, ਸ਼ਰਾਬ ਤੇ ਨੇੜੇ ਵੀ ਨਹੀਂ ਆਵਣ ਦਿੰਦਾ। ਬਾਕੀ ਵਾਸ਼ਿੰਗਟਨ ਜਾਣਾ ਜ਼ਰੂਰੀ ਸੀ ਪਰ पेशावर पाकिस्तान ਤੋਂ ਮਹਿਮਾਨ ਉਸਤਾਦ ਮੁਹਤਰਮ ਨਾਸਿਰ ਅਲੀ ਸੈयद ਆ ਗਏ। ਵੈਸੇ ਇਹਦੇ ਉਸਤਾਦ ਵੀ ਹੁੰਦਾ ਦਈ ਨੇ। ਇੱਥੋਂ ਮੈਨੂੰ ਬਹੁਤ ਖੁਸ਼ੀ ਹੋਈ।
ਕਿ ਤੁਸੀਂ ਇੰਦਾ ਦਾ ਹੀ ਉਸਤਾਦ ਰੱਖਿਆ ਜਿਹੜਾ ਕਹਿੰਦਾ ਮੇਰੀਆਂ ਖਿਦਮਤਾਂ ਕਰੋ, ਮੇਰੇ ਤੇ 4 ਪੈਸੇ ਲਾਓ, ਜਿਹਨੇ ਇਹ ਨਹੀਂ ਕਿਹਾ ਕਿ ਆਓ ਮੈਂ ਵੀ ਤੁਹਾਡੇ ਨਾਲ ਕੁਰਬਾਨੀ ਦੇਣ ਜਾਂਦਾ। ਠੀਕ ਹੈ ਜੀ। ਅੱਛਾ ਜੀ, ਮੈਨੂੰ ਉਹਨਾਂ ਨੂੰ ਸੰਭਾਲਣਾ ਪੈ ਗਿਆ ਤੁਹਾਡੀਆਂ ਗਾਲਾਂ ਤੇ ਘਿਓ ਦੀਆਂ ਨਾਲਾਂ। ਬਾਕੀ ਜਦੋਂ ਤੱਕ ਸ਼ਾਇਰੀ ਤੇ ਮੁਸ਼ਾਇਰੇ ਦਾ ਤਾਲਕ ਹੈ, ਮੇਰੀ ਨਵੀਂ ਕਿਤਾਬ ਰੀਝਾਂ ਵਿੱਚੋਂ ਤੁਹਾਡੇ ਲਈ ਇੱਕ ਪੰਜਾਬੀ ਦੀ ਗਜ਼ਲ ਕਿਤਾਬ ਖੁਦ ਲੈ ਕੇ ਹਾਜ਼ਰ ਹੋਵਾਂਗਾ। ਗਜ਼ਲ ਏ, ਕਿਸਮਤ ਵਿੱਚ ਰੋਟੀ ਨਹੀਂ ਪਰ ਕਿਸਮਤ ਖੋਟੀ ਨਹੀਂ। ਕਿਸਮਤ ਤੇ ਖੋਟੀ ਹੈ ਨਾ, ਤਦੀ ਤੇ ਰੋਟੀ ਨਹੀਂ ਹੈ ਜੀ। ਅੱਛਾ ਜੀ। ਜੀਵਨ ਨਵਾਂ ਬਣਾਵਾਂਗੇ, ਚਲਨੀ ਤੇਰੀ ਸੋਟੀ ਨਹੀਂ। ਵਾਹ ਜੀ ਵਾਹ। ਉਹ ਵਾਸ਼ਿੰਗਟਨ ਨਹੀਂ ਜਾਵਾਂਗੇ ਤੇ ਕਹਿੰਦਾ ਜੀਵਨ ਨਵਾਂ ਬਣਾਵਾਂਗੇ, ਹੈ ਸੋਟੀ ਤੇ ਚੱਲ ਗਈ ਲੋੜੇ ਦੀ ਮਨੀਰੇ ਮਿਨਿਸਟਰੀ ਸੂਰਤ ਦੀ ਭੈਣ ਚੋਦ ਦੀ। ਕਰਾਊਡ ਤੇ ਉੱਥੇ ਉਹ ਨਹੀਂ ਪਹੁੰਚਿਆ ਜਿਹੜਾ ਮੈਂ ਚਾਹੁੰਦਾ ਸੀ, ਜਿਹੜਾ ਇਮਰਾਨ ਖਾਨ ਚਾਹੁੰਦਾ ਸੀ। ਮੁੱਕਾ ਟੱਕਰ ਖਾਨੇ ਆ, ਜੇਬ ਦੇ ਉੱਤੇ ਬੋਟੀ ਨਹੀਂ। ਜੇਬ ਦੇ ਉੱਤੇ ਬੋਟੀ ਨਹੀਂ, ਉਹ ਤੇ ਮੁੱਕੇ ਟੱਕਰ ਤੁਸੀਂ ਖਾਂਦੇ ਹੀ ਰਹੋਗੇ। ਜਿਹਨੂੰ ਮੋਟੋ ਕਹਿੰਦੇ ਨੇ, ਆਪਣੀ ਵੀ ਉਹ ਮੋਟੀ ਨਹੀਂ। ਅੱਜ ਮੈਂ ਖੋ ਕੇ ਖਾਦਾ ਏ, ਅੱਜ ਮੈਂ ਚਟਨੀ ਖੋਟੀ ਨਹੀਂ। ਠੀਕ ਹੈ ਜੀ। ਅੱਛਾ ਜੀ, ਆਮਿਰ ਬੇਗ ਸਾਹਿਬ, ਤੁਹਾਡੀ ਸਿਹਤ ਤੰਦਰੁਸਤੀ ਲਈ ਦੁਆ ਗੋ ਹੈ ਆਮਿਰ ਬੇਗ। ਆਮਿਰ ਬੇਗ ਸਾਹਿਬ, ਮੈਂ ਤੁਹਾਡਾ ਬਹੁਤ ਸ਼ੁਕਰੀਆ ਅਦਾ ਕਰਦਾ ਤੁਹਾਡੀਆਂ ਦੁਆਵਾਂ ਦਾ। ਮੈਂ ਪਹਿਲੀ ਵਾਰੀ ਜਦੋਂ ਉਮਰਾ ਕਰਨ ਗਿਆ ਨਾ ਜੀ, ਤੇ ਉਹ ਮਾਂ ਨੇ ਭੇਜਿਆ ਜ਼ਬਰਦਸਤ। ਉਹ ਮੈਨੂੰ ਤੇ ਕਾਲੇ ਕੋਠੇ ਦਾ ਐਡਾ ਕੋਈ ਸ਼ੌਕ ਨਹੀਂ ਸੀ। ਮਾਂ ਨੇ ਕਿਹਾ ਨਹੀਂ ਨਹੀਂ ਬੇਟਾ ਜਾਓ, ਮੈਨੂੰ ਡਿਪਰੈਸ਼ਨ ਸੀ, ਉਹ ਵੀ ਮੈਂ ਲੱਭਣ ਡਿਆ ਸੀ ਕਿਉਂ ਹੈ, ਕਿਸ ਤਰ੍ਹਾਂ ਹੈ, ਕਿਆ ਹੈ, ਇਹਨੂੰ ਠੀਕ ਕਰਾਂਗਾ। ਲੋ ਜੀ, ਤੇ ਪਹਿਲਾਂ ਉਹ ਕਹਿੰਦੇ ਦੇਖੋ ਦੁਆ ਮੰਗੋ। ਮੈਂ ਮੰਗੀ ਕਿ ਮੇਰੇ ਹੱਥੋਂ ਰੱਬਾ, ਤੂੰ ਅਗਰ ਇਸ ਕੋਠੇ 'ਚ ਹੈ ਨਾ, ਮੇਰੇ ਹੱਥੋਂ ਮਖਲੂਕ ਦੀ ਖਿਦਮਤ ਕਰਨਾ। ਮੈਂ 2002 'ਚ ਉਮਰਾ ਕੀਤਾ ਸੀ। ਪਤਾ ਨਹੀਂ ਅਜੇ ਤੱਕ ਉਹ ਕੋਠੇ 'ਚ ਰੱਬ ਨੇ ਉਹ ਦੁਆ ਕਬੂਲ ਕੀਤੀ ਜਾਂ ਨਹੀਂ। ਆਈ ਲਿਵ ਫॉर ਅਦਰਸ, ਅਲਟਰੁਇਜ਼ਮ। ਮੈਂ ਸਮਝਦਾ ਕਿ ਆਲਾ ਤਰੀਨ ਲੋਕ ਹੋ ਰਹੇ, ਨੋਬਲ ਲੋਕ ਹੋ ਨੇ ਜਿਹੜੇ ਅਲਟਰੁਇਜ਼ਮ 'ਚ ਰਹਿੰਦੇ ਨੇ। ਡਾਕਟਰ ਜਵਾਦ ਸਾਹਿਬ ਬਹੁਤ ਜ਼ਬਰਦਸਤ ਆਦਮੀ ਨੇ, ਸੇਂਟ ਲੁਇਸ 'ਚ ਨੇ। ਉਹਨਾਂ ਨੇ ਬੜਾ ਅੱਛਾ ਗੱਲ ਕਿਹਾ ਸੀ ਕਿ 99% ਲੋਕ ਅਮਰੀਕਾ 'ਚ ਪੇ ਚੈੱਕ ਟੂ ਪੇ ਚੈੱਕ ਰਹਿੰਦੇ ਨੇ। ਇੱਕ ਬਹੁਤ ਅੱਛੀ ਉਹਨਾਂ ਨੇ ਨਿਊਜ਼ ਦੱਸੀ ਜਿਹੜੀ ਮੈਂ ਕਿ ਤੁਹਾਨੂੰ ਦੱਸਾਂ। ਤੁਸੀਂ ਅਮਰੀਕਾ ਆਉਣ 'ਤੇ ਮਰਦੇ ਹੋ ਨਾ, ਕਿਸੇ ਦੇ ਇੱਥੇ ਬੈਂਕ 'ਚ $1000, ਮੈਂ ਕਹਿੰਦਾ ਕੋਈ ਟਾਵੇਂ ਦੇ ਬੰਦੇ, ਕੋਈ 90-95% ਲੋਕਾਂ ਦੇ ਜਿਹੜੇ ਬੈਂਕ ਅਕਾਊਂਟਸ ਨੇ ਉਹਨਾਂ 'ਚ, ਅਮਰੀਕਾ 'ਚ ਜਿਹੜੇ 95% ਲੋਕਾਂ ਦੇ ਬੈਂਕ ਅਕਾਊਂਟ ਨੇ, ਕੋਈ 10, 20, 30, $40 ਪੇ ਚੈੱਕ ਟੂ ਪੇ ਚੈੱਕ ਰਹਿੰਦੇ ਆ। ਅਸਲ ਤੇ ਤਵੱਕਲ ਇਹਨਾਂ ਨੂੰ ਹੈ ਰੱਬ ਤਾਲਾ ਤੇ, ਇਹ ਮੌਲਵੀਆਂ ਸ਼ੌਲਵੀਆਂ ਨੂੰ ਤੇ ਨਹੀਂ। ਅਰਬ ਰੁਪਇਆ ਦੇ ਕੇ ਸੈਨੇਟ ਦਾ ਟਿਕਟ ਲਓ, 1 ਅਰਬ ਦੇ ਕੇ। ਵਾਹ ਜੀ ਵਾਹ, ਕਮਾਲ ਹੈ ਜੀ। ਅੱਛਾ ਫਿਰ ਜੀ, एक साहब ने किया कि मुझे निफाक फैलाने वाली बातें नापसंद है, मगर आंखें बंद तो नहीं रख सकते। गंडापुर 100% फौज की मर्जी की हुकूमत चला रहा है। अब पेशावर से लाहौर पहुंचा, मगर साथियों को मकसद नहीं बताया। लाहौर में एक ऐसे शख्स को सेनेटर बनाने के लिए पार्टी में पहुंचा जिस पर बहुत लोगों को इतराज़ है, हत्ता कि शायद इमरान खान भी इतराज़ हो। फिर पंजाब के गढ़ में आ रहा है और वहीं लाहौर में मौजूद आलिया हमजा और लीमा खनम वगैरह को बुलाया तक नहीं। फिर मरियम नवाज से ऐसी अंडरस्टैंडिंग करके आया कि पुलिस ने कहीं रोका भी नहीं, और मौलाना फजलुर रहमान से बहुत बदतमीजी कर रहा है। वो लोग जवाब में इमरान खान पर गंद उछाल सकते हैं। ये शख्स सिर्फ अपनी ज़ात और डेरा इस्माइल खान की सियासत पर तवज्जो देता है। अपनी ज़ात को डेरा इस्माइल खान च भी लौड़े ਨੂੰ ਕਿਸੇ ਨੇ ਵੋਟ ਨਹੀਂ ਦੇਣੇ। डेरा इस्माइल खान ਇਹਦਾ ਥੋੜੀ ਹੈ, अगले फजलुर रहमान ਨੂੰ ਵੋਟ ਦੇਣਗੇ। ਬੜਾ ਆਲੀਆ ਹਮਜ਼ਾ ਨੇ ਬੜਾ ਅੱਛਾ ਅੱਜ ਕਿਹਾ ਹੈ, ਮੈਂ ਆਈ ਲਾਈਕ ਇਟ, ਕਿ ਤੁਹਾਨੂੰ 5 ਅਗਸਤ ਦੀ ਤਾਰੀਖ ਦੇਤੀ ਹੈ, ਨਿਕਲੋ ਸਾਰੇ। ਠੀਕ ਹੈ ਨਾ, ਤੁਸੀਂ ਉਹਦੇ ਹੱਲ ਕਿਉਂ ਦੇਖਦੇ ਹੋ? ਤੁਸੀਂ ਗੰਡਾਪੁਰ ਤੇ ਪੰਡਾਪੁਰ ਤੇ ਟੰਡਾਪੁਰ ਨੂੰ ਕਿਉਂ, ਕੀ ਲੈਣਾ ਉਹਦੇ ਤੋਂ? ਇੱਕ ਹੋਰ ਕਮੈਂਟ ਮੈਨੂੰ ਪਸੰਦ ਆਇਆ ਸੀ, ਸਰ ਜੀ ਯੋਰ ਵੀਲੌਗ ਹੈਜ਼ ਬੀਨ ਹਾਈਐਸਟ ਵਿਊਇੰਗ ਪੁਆਇੰਟ ਨਾਓ, ਪਲੀਜ਼ ਗਿਵ ਸਮ ਬੈਨੀਫਿਟ ਆਫ ਫਾਸਟਿੰਗ। ਉਹਨੇ ਕਿਹਾ ਤੁਹਾਡੇ ਹੁਣ ਵੀਲੌਗ ਬੜੇ ਜ਼ਿਆਦਾ ਲੋਕ ਦੇਖਦੇ ਆ। ਸ਼ੁਕਰੀਆ ਜੀ।
ਤੇ ਤੁਸੀਂ ਕੋਈ ਫਾਸਟਿੰਗ ਜਿਹੜੀ ਮੈਂ ਕਰ ਰਿਹਾ ਉਹਦੇ ਬੈਨੀਫਿਟ ਦਿਓ। ਇਨ ਮਾਈ ਐਕਸਪੀਰੀਅੰਸ ਆਈ ਹੈਵ ਬੀਨ ਸੇਵ ਫਰਮ ਹਾਈ ਬੀਪੀ, diabetes and illness. Health is always good and feel younger. One breakfast and one meal at night. Never went to doctor or needed any medicines. Best wishes. Stay blessed always. ਮੇਰਾ ਵੀ ਤਰੀਕਾਕਾਰ ਸਿਰਫ 2 ਮੀਲ ਸੀ, ਸਵੇਰ ਨਾਸ਼ਤਾ, ਰਾਤ ਨੂੰ ਖਾਣਾ। 14 ਘੰਟੇ ਦੀ ਫਾਸਟਿੰਗ ਕਰਦਾ ਸੀ, 5 ਮੀਲ ਰੋਜ਼ ਪੈਦਲ ਚੱਲਦਾ ਸੀ, 12 ਘੰਟੇ ਸੌਂਦਾ ਸੀ। ਲੇਕਿਨ ਔਰ ਜੋ ਮਿੱਠਾ ਦੀ ਪਰਵਾਹ ਨਹੀਂ ਕਰਦਾ ਸੀ। ਲੇਕਿਨ ਉਹ ਟਾਈਪ 2 ਡਾਇਬਟੀਜ਼ ਦੇ ਬਾਰਡਰ ਲਾਈਨ ਤੇ ਮੈਂ ਆ ਗਿਆ। ਲਿਹਾਜ਼ਾ ਇਹ ਵਰਕ ਨਹੀਂ ਕਰੇਗਾ। ਇਹ ਫਾਸਟਿੰਗ ਜਿਹੜੀ ਮੈਂ ਅਟਰੈਕਟ ਕਰ ਰਿਹਾ, ਮੈਂ ਡਾਕਟਰ ਜਵਾਦ ਸਾਹਿਬ ਨੂੰ ਵੀ ਕੱਲ ਕਹਿ ਰਿਹਾ ਸੀ, actually I'm not attracting toward of diabetes. ਡਾਇਬਟੀਜ਼ ਤੋਂ ਦੂਰ ਰਹਿਣ ਲਈ ਮੈਂ ਫਾਸਟਿੰਗ ਨਹੀਂ ਕਰ ਰਿਹਾ। ਮੈਂ ਆਟੋਫੈਜੀ ਲਈ ਫਾਸਟਿੰਗ ਕਰਨ ਡਿਆ। ਆਟੋਫੈਜੀ 12 ਤੋਂ 25 ਘੰਟੇ ਦੀ ਮਾਈਲਡ, 24 ਘੰਟੇ ਮਾਈਲਡ ਹੁੰਦੀ ਹੈ, ਐਕਟਿਵ 24 ਤੋਂ 48, 48 ਤੋਂ 72 ਘੰਟੇ। ਔਰ ਇਹ ਇੱਕ ਜਾਪਾਨੀ ਸਾਇੰਸਦਾਨ, ਉਹਨੂੰ ਨੋਬੈਲ ਪ੍ਰਾਈਜ਼ ਇਹਦੇ ਤੇ ਮਿਲਿਆ ਜਨਾਬ ਸਾਹਿਬ, ਆਟੋਫੈਜੀ 2016 ਚ ਗਾਲਿਬਨ ਯੂਕੋਨੋ ਸ਼ੋਰੀ। ਉਹਨੇ ਕਿਹਾ ਸੀ ਕਿ ਜਨਾਬ ਸਾਹਿਬ ਇਹ ਫਾਸਟਿੰਗ ਜਿਹੜੀ ਹੈ ਨਾ, ਔਰ ਜਾਪਾਨ ਸਾਰੇ ਲੋਕ 16 ਘੰਟੇ ਦੀ ਫਾਸਟਿੰਗ ਕਰਦੇ ਹੈ। ਉਹ 8 ਘੰਟੇ ਗਾਲਿਬਨ ਆਫਿਸ ਦਾ ਈਟਿੰਗ ਟਾਈਮ ਉਹਨਾਂ ਨੇ ਰੱਖਿਆ, ਜਿਹਦੇ 'ਚੋਂ ਕੰਮ ਕਰਦੇ ਆ ਕਿਉਂਕਿ ਸਟ੍ਰੈਸ ਵਗੈਰਾ ਆਉਂਦਾ। ਬਾਕੀ 16 ਘੰਟੇ ਯੂ ਕੈਨ ਟੇਕ 0 ਕੈਲਰੀਜ਼, ਗ੍ਰੀਨ ਟੀ, ਕੌਫੀ, ਬਗੈਰ ਸਵੀਟਨਰਸ ਦੇ। ਔਰ ਮੈਂ ਅਲਹਮਦੁਲਿਲਾ 5 ਮਹੀਨੇ ਇਹਦੇ 'ਚ ਹੋ ਗਏ ਨੇ, ਮੈਂ ਕੋਈ 11 kg ਲੂਜ਼ ਕਰ ਚੁੱਕਿਆ। 80 kg ਮੇਰਾ ਵਜ਼ਨ ਸੀ ਜਦੋਂ ਮੈਂ ਸਟਾਰਟ ਕੀਤੀ ਸੀ 5 ਮਹੀਨੇ ਪਹਿਲੇ। ਹੁਣ ਮੇਰਾ 69 kg ਹੈ। ਆਈ ਫੀਲ ਸੋ ਗੁੱਡ, ਆਈ ਕੈਨ ਨਾਟ ਟੈਲ ਯੂ। ਆਈ ਫੀਲ ਵੈਰੀ ਵੈਰੀ ਗੁੱਡ ਅਬਾਊਟ ਇਟ। ਇਹਨੂੰ ਕਹਿੰਦੇ ਆ ਸਹੀ ਫਾਸਟਿੰਗ। ਔਰ ਪੀਰ ਫਕੀਰ ਹੈ ਸਾਡੇ, ਬੁੱਲੇ ਸ਼ਾਹ, ਮੌਲਾਨਾ ਰੂਮੀ 3-3 ਦਿਨ ਦਾ ਉਹ ਰੋਜ਼ਾ ਰੱਖਦੇ ਹੁੰਦੇ ਸੀ, ਪਾਣੀ ਸ਼ਾਨੀ ਪੀਣਾ। ਔਰ ਇੱਕ ਵਸਾਲੇ ਯਾਰ ਦਾ ਰੋਜ਼ਾ ਰੱਖਦੇ ਸੀ, ਸ਼ਾਹ ਸ਼ਮਸ ਤਬਰੇਜ਼, ਜਦੋਂ ਉਹਨਾਂ ਨੂੰ ਆ ਕੇ ਮਿਲਦਾ ਸੀ। ਇਹ ਬੁੱਲੇ ਸ਼ਾਹ ਵਗੈਰਾ ਭੁੱਖੇ ਚਲੇ ਜਾ ਰਹੇ ਨੇ, ਉਹ ਲੋਕ ਕਹਿੰਦੇ ਪਾਗਲ ਹੈ, ਭੁੱਖੇ ਭੁੱਖੇ। ਤੇ ਬੜਾ ਬੰਦਾ ਮਸਤੀ 'ਚ ਆ ਜਾਂਦਾ ਆ। ਡਾਕਟਰ ਠੀਕ ਕਹਿੰਦਾ ਆ ਮੈਂ ਸ਼ਰਾਬ ਨਹੀਂ ਪੀਂਦਾ, ਠੀਕ ਹੈ ਨਾ। ਸ਼ਰਾਬ ਸ਼ਰੂਬ ਦੇ ਨਾਲ ਤੇ ਐਵੇਂ ਉਹ ਜਾਲੀ ਜਿਹੀ ਮਸਤੀ ਆਉਂਦੀ ਹੈ। ਡਾਕਟਰ ਸਾਹਿਬ ਤੁਸੀਂ ਅੱਛਾ ਕੰਮ ਕਰਦੇ ਹੋ, ਜਿੰਦੇ ਵਾਸਤੇ ਰਹੋ, ਤੁਹਾਡੇ ਲਈ ਮੈਂ ਦੁਆ ਗੋ ਹੈ। ਲੇਕਿਨ ਤੁਹਾਡਾ ਕੋਈ ਗੱਲਾਂ ਦੇ ਨਾਲ ਤੁਹਾਡਾ ਕਿਰਦਾਰ ਨਹੀਂ ਡਾਕਟਰ ਸਾਹਿਬ ਮੈਚ ਕਰਦਾ, ਉਹ ਮੈਨੂੰ ਫਿਰ ਮਜ਼ਾ ਨਹੀਂ ਆਉਂਦਾ। ਠੀਕ ਹੈ ਜੀ। ਇੱਕ ਸਾਹਿਬ ਲਿਖਦੇ ਨੇ ਜੀ ਕਿ ਤੁਸੀਂ, ਮੈਂ ਦੇਖਿਆ ਕਿ ਆਪਣਾ ਬੜੇ, ਮੈਂ ਪਹਿਲਾਂ ਕਿਹਾ ਇਹ ਕੋਈ ਸਠਿਆਇਆ ਜਿਹਾ ਬਾਬਾ ਕੌਣ ਹੈ ਯਾਰ, ਇਹਨੂੰ ਕੀ ਸੁਣਨਾ। ਮੈਂ ਪ੍ਰੋਫਾਈਲ ਦੇਖਿਆ, ਮੈਂ ਕਿਹਾ ਯਾਰ ਇਹਨੇ CSS 10ਵੀਂ ਪੋਜੀਸ਼ਨ ਲਈ ਤੇ CSP ਅਫਸਰ ਵੀ ਸੀ, ਬੜਾ ਫਿਲਾਸਫਰ ਹੈ, ਬੜੀਆਂ ਇਹਨੇ ਕਿਤਾਬਾਂ ਪੜ੍ਹੀਆਂ, ਬੜੇ ਹਵਾਲੇ ਦਿੰਦਾ ਆ। ਤੇ ਮੈਨੂੰ ਬੜੀ ਕਹਿੰਦਾ ਦਿਲਚਸਪੀ ਹੋਈ। ਤੇ ਕਹਿੰਦਾ ਮੈਂ ਕਿਹਾ ਕਿ ਤੁਹਾਨੂੰ ਕਿਉਂ ਨਾ ਰਿਕੁਐਸਟ ਕਰਾਂ ਕਿ ਆਪਣੇ ਦਫ਼ਤਰ ਦੇ ਵਾਕਿਆ ਦੱਸ ਦਿਆ ਕਰੋ ਤੁਹਾਡੇ ਵੀ। ਬਹੁਤ ਮਿਹਰਬਾਨੀ ਜੀ। ਮੈਂ ਉਹਨਾਂ ਲਈ ਇੱਕ ਕਿਤਾਬ ਲਿਖੀ ਹੈ, ਉਹ ਵੀ ਉਹ ਬਜ਼ੁਰਗਾਂ ਨੂੰ, ਰਹਿਮਤ ਸ਼ਾਹ ਨੇ ਬਜ਼ੁਰਗ, ਅੱਲਾਹ ਤਾਲਾ ਉਹਨਾਂ ਦੀ ਮਗਫਰਤ ਫਰਮਾਏ, 2014 'ਚ ਮਿਲੇ ਸੀ ਮੇਰੇ ਨਾਲ ਇੱਕ ਇੱਕ ਹਾਰਵਰਡ ਦੀ ਸਕੋਲਰ ਰਹਿੰਦੀ ਹੁੰਦੀ ਸੀ, ਜੋਈ ਫਾਤਮਾ। ਤੇ ਉਹਨੂੰ ਕੋਈ ਅੰਗਰੇਜ਼ੀ ਦੀਆਂ ਕਿਤਾਬਾਂ ਦੇ ਰਿਹਾ ਸੀ। ਤੇ ਇੱਕ ਦੋਸਤ ਦੀ ਵਸਾਤਤ ਨਾਲ ਆਇਆ ਸੀ ਤੇ ਮੈਨੂੰ ਕਹਿੰਦਾ ਸੀ ਕਿ ਸਰ ਤੁਸੀਂ ਕਿਤਾਬ ਲਿਖੋ। ਮੈਂ ਕਿਹਾ ਮੇਰੀ ਤੇ ਕੋਈ ਲਾਈਫ ਐਡੀ ਖਾਸ ਨਹੀਂ, 19 ਗ੍ਰੇਡ ਤੋਂ ਹੀ 2002-3 ਚ ਰਿਜ਼ਾਈਨ ਕਰ ਦਿੱਤਾ ਸੀ। ਨਹੀਂ 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 ਨਹੀਂ, ਉਹ ਮਹਿੰਗਾ ਮੈਂ ਕੀ ਲਿਖਾਂ, ਕਿੰਨੇ ਵਿਆਹ ਕੀਤੇ ਸੀ, ਕਿੰਨੇ ਮਾਸ਼ਕੇ ਕੀਤੇ ਸੀ, ਇਹ ਸਾਰੇ ਮੈਂ ਯਾਸ਼ੀ ਦੀ ਜ਼ਿੰਦਗੀ ਲਿਵ ਮਾਈ ਲਾਈਫ ਮਾਈ ਓਨ ਵੇ, ਦੈਟ ਵਾਜ਼ ਵਨ ਥਿੰਗ। ਮੇਰੀ ਕਿਤਾਬ ਅਗਰ ਕਿਸੇ ਨੇ ਪੜ੍ਹਨੀ ਹੈ, ਹੀ ਕੈਨ ਟੇਕ ਅ ਲੀਡ। ਅਗਰ ਹਰ ਕੋਈ ਬੰਦਾ ਆਪਣੀ ਮੁਤਾਬਕ ਜ਼ਿੰਦਗੀ want to live life his own way ਅਗਰ ਗੁਜ਼ਾਰਨਾ ਚਾਹੁੰਦਾ ਆ, ਫਿਰ ਮੇਰੀ ਕਿਤਾਬ ਜ਼ਰੂਰ ਪੜ੍ਹੋ। ਅਦਰਵਾਈਜ਼ ਫਜ਼ੂਲ ਹੈ ਉਹ ਕਿਤਾਬ, ਕੋਈ ਜ਼ਰੂਰਤ ਨਹੀਂ ਪੜ੍ਹਨ ਦੀ। ਤੇ ਉਹ ਕਿਤਾਬ ਪੜ੍ਹੋ। ਕਿਤਾਬ ਸਾਰੇ ਵਾਕਿਏ, ਸਾਰੀ ਲੜਾਈਆਂ, ਸਾਰੀਆਂ ਜੰਗਾਂ, SI ਸ਼ੁਜਾ ਪਾਸ਼ਾ ਨੂੰ ਕਿੰਦਾ ਢਾਇਆ, ਸੈਨੇਟਰ ਗੁਲਜ਼ਾਰ ਚੌਧਰੀ, ਸਬਨਾ, ਲੈਮਕੈਮ, ਤਾਫੂ ਬਦਮਾਸ਼, ਸਾਰੇ ਨੱਪੇ ਮਾਰੇ ਮੋਏ ਕੁੱਤੇ। ਠੀਕ ਹੈ ਨਾ ਜੀ, ਜ਼ਿੰਦਾ ਆ ਅਜੇ ਤੱਕ, 66 years old ਮਾਸ਼ਾਅੱਲਾ। ਤੇ ਉਹ ਬਜ਼ੁਰਗਾਂ ਨੇ ਕਿਹਾ ਲਓ ਜੀ, ਮੈਂ ਕਿਹਾ ਕਿ
ਐਵੇਂ ਬਜ਼ੁਰਗ ਮਜ਼ਾਕ ਕਰਦੇ ਨੇ। 2 ਸਾਲ ਬਾਅਦ ਬਜ਼ੁਰਗ ਫੌਤ ਹੋ ਗਏ ਤੇ ਉਹ ਬੰਦਾ ਜਿਹੜਾ ਲਿਆਇਆ ਸੀ ਉਹ ਕਹਿੰਦਾ ਮੈਂ ਆਖਰੀ ਵਕਤ ਉਹਨਾਂ ਦੇ ਕੋਲ ਸੀ। ਉਹਨਾਂ ਨੇ ਕਿਹਾ ਨਜ਼ਰ ਸਾਹਿਬ ਨੂੰ ਕਹਿਣਾ ਕਿਤਾਬ ਲਿਖੋ। ਅੱਛਾ ਜੀ, ਮੈਂ ਉਰਦੂ 'ਚ ਲਿਖਣੀ ਸ਼ੁਰੂ ਕਰ ਦਿੱਤੀ, ਕੁਛ ਛਾਪੇ ਹੀ ਨਾ। ਫੌਜ ਦੇ ਖਿਲਾਫ ਵੀ ਕਿਤਾਬ ਮੁਆਦ ਹੈ। ਲਓ ਜੀ ਕੀ ਹੋਇਆ, ਮੈਂ ਇੱਥੇ ਆ ਗਿਆ। ਇੱਥੇ ਫਿਰ ਆਖਰ ਆ ਕੇ ਮੈਨੂੰ ਕੋਈ 2 ਕੁ ਸਾਲ ਪਹਿਲਾਂ ਇੱਕ ਸਾਹਿਬ ਅੱਲਾਹ ਤਾਲਾ ਉਹਨੂੰ ਖੁਸ਼ ਰੱਖੇ, ਉਹਨੇ ਕਿਹਾ ਜ਼ਰੂਰ ਕਿਤਾਬ ਲਿਖੋ। ਮੈਂ ਗਿਆ ਕਿ ਅੱਛਾ ਜੀ, ਮੈਨੂੰ ਕਹਿੰਦਾ, ਮੈਂ ਕਿਹਾ ਮੇਰੇ ਕੋਲ ਤੇ ਲੈਪਟਾਪ ਵੀ ਨਹੀਂ, ਮੇਰਾ ਪੁਰਾਣਾ ਖਰਾਬ। ਉਹਨੇ ਅਗਲੇ ਦਿਨ ਹੀ ਨਵਾਂ ਲੈਪਟਾਪ ਮੈਂ ਮੈਕਬੁੱਕ ਪ੍ਰੋ ਭੇਜ ਦਿੱਤਾ। ਲਓ ਜੀ 3-4 ਮਹੀਨੇ 'ਚ ਅਸੀਂ ਓਰੀਜਨਲ ਥਾਟ ਡੇਲੀ 3-4 ਘੰਟੇ ਬੈਠ ਕੇ, ਡੇਲੀ ਗਰਮੀਆਂ ਦੇ ਦਿਨ ਜੀ, ਜੁਲਾਈ ਤੋਂ ਸ਼ੁਰੂ ਕੀਤੀ, ਸਤੰਬਰ ਅਕਤੂਬਰ ਓ ਮਾਈ, ਰਿਵਾਈਜ਼ ਵੀ ਨਹੀਂ ਕੀਤੀ, ਸਿਰਫ 2 ਬੰਦਿਆਂ ਨੂੰ ਪੜ੍ਹਨ ਲਈ ਭੇਜੀ, ਰੀਡਿੰਗ ਲਈ। ਇੱਕ ਯਾਸਰ ਦੋਸਤ ਨੇ, ਫਾਲੋਅਰ ਨੇ ਮੇਰੇ, ਬੇਟੀਆਂ ਦੀ ਤਰ੍ਹਾਂ ਨੇ ਲੰਡਨ 'ਚ, ਔਰ ਦੂਸਰੇ ਆਪਣਾ ਮਹਿਮੂਦ ਸ਼ੇਖ ਸਾਹਿਬ ਭਾਈਆਂ ਦੀ ਤਰ੍ਹਾਂ ਨੇ, ਔਸਲੋ ਰਹਿੰਦੇ ਨੇ, ਕਿ ਵੈਦਰ ਇਟ ਮੇਕ ਸੈਂਸ। ਉਹਨਾਂ ਨੇ ਕਿਹਾ ਯੈਸ ਯੈਸ, ਹੁੰਦਾ ਹੀ ਛਾਪ ਦਿੱਤੀ। ਅਗਲੇ ਦਿਨ ਮੈਨੂੰ ਇੱਕ ਬੰਦਾ ਕਹਿੰਦਾ ਸੀ ਕਿਤੇ ਸ਼ਾਇਦ 2002 ਪਤਾ ਨਹੀਂ 24-22 ਲਿਖਿਆ ਗਿਆ ਜਾਂ ਕੀ। ਮੈਂ ਕਿਹਾ ਮੁਸ਼ਕਿਲ ਹੈ, ਟਾਈਪੋਗ੍ਰਾਫਿਕਲ ਤੇ ਉਹ ਕਰਦੇ ਨਹੀਂ ਸੀ ਉਹਨਾਂ ਨੇ ਠੀਕ ਉਹਦੇ ਤੇ। ਬਹਰਹਾਲ ਰਹਿ ਜਾਂਦਾ ਆ, ਓਰੀਜਨਲ ਥਾਟ ਹੈ ਉਹ ਸ਼ਾਇਦ ਤਰਤੀਬ 'ਚ ਨਾ ਨਜ਼ਰ ਆਏ। ਪਹਿਲੇ ਵੋਲੀਊਮ 'ਚ ਉਹਦੇ ਹੈ ਕਿ ਮੈਂ ਕਿਸ ਤਰ੍ਹਾਂ ਜ਼ਿੰਦਗੀ ਗੁਜ਼ਾਰੀ, ਦੂਸਰੇ ਵੋਲੀਊਮ 'ਚ ਤੁਹਾਨੂੰ ਕਿਸ ਤਰ੍ਹਾਂ ਜ਼ਿੰਦਗੀ ਗੁਜ਼ਾਰਨ ਦੀ ਆਪਸ਼ਨਸ ਨੇ, ਚੋਇਸਿਸ ਨੇ ਤੁਹਾਡੇ ਕੋਲ, ਉਹ ਚੋਇਸਿਸ ਦੱਸੀਆਂ। ਇਹ ਨਹੀਂ ਕਿ ਤੁਸੀਂ ਇੰਦਾ ਜ਼ਿੰਦਗੀ ਗੁਜ਼ਾਰੋ, ਤੁਹਾਡੇ ਤੇ ਚੋਇਸ ਛੱਡ ਦਿੱਤੀ ਹੈ। ਮਜ਼ਾਹਿਬ, ਤਾਰੀਖ, ਸਭ ਚੀਜ਼ਾਂ ਦਾ ਦੂਸਰੇ ਵੋਲੀਊਮ 'ਚ ਹਵਾਲਾ ਹੈ। ਤੇ ਇਹ ਹੈ ਜੀ ਸਾਰਾ ਮਾਜਰਾ। ਮੈਂ ਤੁਹਾਨੂੰ ਰੋਜ਼ ਦੇ ਬਾਰੇ 'ਚ ਕੋਈ ਖਬਰਾਂ ਵੀ ਇੰਨੀਆਂ ਨਹੀਂ ਸੁਣਾਉਣ ਦਾ ਸ਼ੌਕੀਨ ਹੈ, ਜਿੰਨਾ ਕੋਈ ਲਾਇਆ ਅਮਲ ਦੇਣ ਦਾ ਸ਼ੌਕ ਹੈ ਕਿ ਤੁਸੀਂ ਖਾਈ 'ਚ ਗਿਰ ਰਹੇ ਹੋ। ਅੱਜ ਪਿਊਟਨ ਨੇ ਕਹਿ ਦਿੱਤਾ ਨਾ ਜੀ ਕਿ ਤੰਗ ਆਮਦ ਬਜੰਗ ਆਮਦ, ਮੈਂ ਤੇ ਜੀ ਨਿਊਕਲੀਅਰ ਬੰਬ ਚਲਾ ਦਿਆਂਗਾ ਯੂਰਪ ਤੇ, ਔਰ ਇਹਨਾਂ ਚਲਾ ਦੇਗਾ ਉਹ ਸ਼ੇਰ ਦਾ ਬੱਚਾ। ਜਿਸ ਤਰ੍ਹਾਂ ਅੱਜ ਟਰੰਪ ਨੇ ਪ੍ਰੈਸ ਕਾਨਫਰੰਸ ਕੀਤੀ ਔਰ ਟਰੰਪ ਨੇ ਕਿਹਾ ਜੀ, ਐਡਰੈਸ ਕੀਤਾ ਕਿ ਮੈਂ ਤੇ ਜੀ ਅਸਲਾ ਸਾਰਾ ਅਸੀਂ ਖਰੀਦਾਂਗੇ, ਔਰ ਅਸਲਾ ਸਾਰਾ ਪੈਸਾ ਜਰਮਨੀ ਔਰ ਨੈਟੋ ਦੇਗਾ ਅਸਲੇ ਦਾ। ਅਮਰੀਕਾ ਅਸਲਾ, ਉਹ ਅਮਰੀਕਾ ਨੂੰ ਤੇ ਟਰੰਪ ਮਜ਼ਾ ਲਵਾ ਦੇਗਾ, ਅਸਲਾ ਵਿਕੇਗਾ। ਉਹੀ ਪੁਰਾਣੀ ਸੋਚ, ਉਹੀ ਇੰਡਸਟਰੀਅਲ ਮਿਲਟਰੀ ਕੰਪਲੈਕਸ ਵਾਲੀ ਸੋਚ ਕਿ ਅਮਰੀਕਾ ਨੇ ਤੇ ਤਦ ਦੀ ਤਰੱਕੀ ਕਰਨੀ ਹੈ ਅਗਰ ਉਹ ਅਸਲਾ ਵੇਚੇਗਾ, ਤੇ ਉਹਦੇ ਨਾਲ ਇਹ ਅਮਰੀਕਾ ਦੇ ਜਿਹੜੇ ਉਮਰਾ ਆ ਇਹਨਾਂ ਦੀ ਅਯਾਸ਼ੀ ਹੋਏਗੀ, ਤੇ 99% ਪੇਚੈਕ ਟੂ ਪੇਚੈਕ ਰਹਿਣਗੇ। ਤੇ ਉਹ ਲੋੜੀਓ ਕਮਿਊਨਿਸਟ ਸਿਸਟਮ ਤੇ ਤੁਹਾਡੇ 'ਚ ਫਿਰ ਕੀ ਫਰਕ ਹੈ? ਰੂਸ ਔਰ ਚੀਨ 'ਚ ਵੀ ਤੇ ਲੋਕ ਪੇਚੈਕ ਟੂ ਪੇਚੈਕ ਰਹਿੰਦੇ ਨੇ। ਅਗਰ ਤੁਸੀਂ ਪੈਸੇ ਹੀ 4 ਇਕੱਠੇ ਨਹੀਂ ਕਰ ਸਕਦੇ, ਕ੍ਰੀਏਟੀਵਿਟੀ ਦਾ ਤੁਹਾਡਾ ਆਪਣਾ ਕੋਈ ਮੁੱਲ ਹੀ ਨਹੀਂ ਹੈ, ਅਗਰ ਇਸਤੇਸਾਲ ਹੀ ਖਤਮ ਨਹੀਂ ਹੋਇਆ, ਅਗਰ ਮੋਨੋਪੋਲੀਜ਼ ਚੱਲ ਰਹੀਆਂ ਆ, ਬਹੁਤ ਵੱਡੀਆਂ ਹਜ਼ਾਰਾਦਾਰੀਆਂ ਚੱਲ ਰਹੀਆਂ, ਤੇ ਫਿਰ ਤੁਹਾਡੇ ਪੱਲੇ ਕੀ ਹੈ? ਟੈਰਿਫਸ ਦਾ ਉਹ ਠੀਕ ਫਿਰ ਨਾਰਾ ਮਾਰਦਾ ਕਿ ਬ੍ਰਾਜ਼ੀਲ 'ਚ ਦੇਖੋ ਉਹਨੇ ਬੋਲਸੋਨੈਰੀਓ ਨੂੰ ਛੁਡਾਉਣ ਲਈ 50% ਟੈਰਿਫ ਲਾ ਰਿਹਾ। ਪਾਕਿਸਤਾਨ 'ਚ ਉਹਨੇ ਇਮਰਾਨ ਖਾਨ ਨੂੰ ਆਪਣੇ ਦੋਸਤ ਨੂੰ ਛੁਡਾਉਣ ਦਾ ਨਹੀਂ ਕਿਹਾ, ਕਮ ਅਜ਼ ਕਮ ਉਹਦਾ ਛੁਡਾਉਣ ਦਾ ਕਹਿੰਦਾ, ਕਹਿੰਦਾ ਨਹੀਂ ਤੇ ਪਾਕਿਸਤਾਨ ਤੇ 50% ਟੈਰਿਫ ਲਾ ਦਿਆਂਗੇ, ਟੈਰਿਫ ਲਾ ਦਿਆਂਗੇ। ਕਮਾਲ ਹੈ ਯਾਰ। ਵੈਸੇ ਇਹ ਤੁਹਾਨੂੰ ਬਾਬਾ ਆਪਣੀ ਜੰਗ ਆਪੇ ਹੀ ਲੜਨੀ ਪਏਗੀ। ਆਪਣੀ ਜ਼ਿੰਦਗੀ ਦੇ ਬਾਰੇ ਜ਼ਿਆਦਾ ਜਾਣਨ ਦੀ ਕੋਸ਼ਿਸ਼ ਕਰੋ। ਤੇ ਬਾਕੀ ਆਲੀਆ ਹਮਜ਼ਾ ਨੇ ਬਹੁਤ ਅੱਛਾ ਕਿਹਾ ਕਿ ਯਾਰ ਤੁਸੀਂ ਇਮਰਾਨ ਖਾਨ ਦੀ ਖਾਤਰ ਨਿਕਲੋ, ਤੁਸੀਂ ਮੇਰੇ ਕਹੇ ਤੇ ਨਿਕਲ ਜਾਓ। ਇਹ ਦੇਖੋ ਮੈਂ ਫ੍ਰੀ ਕੈਦੀ ਨੰਬਰ 804 ਲਿਖ ਕੇ ਲਾਈ ਹੈ, ਲਾਇਆ ਹੋਇਆ ਹੋਰਾਂ ਦੇ ਕਿਉਂ? ਕਿਉਂਕਿ ਡਾਕਟਰ ਬੇਗ ਸਾਹਿਬ ਦੇ ਤੇ ਮਹਿਮਾਨ ਸ਼ਹਿਮਾਨ ਆਉਂਦੇ ਨੇ, ਸ਼ਾਇਰੀ ਉਹਨਾਂ ਨੇ ਲਿਖਣੀ ਹੁੰਦੀ ਹੈ, ਆਪਣੀ ਇੱਕ ਨਵਾਬੀ ਦੀ ਜ਼ਿੰਦਗੀ ਵਿਚਾਰੇ ਰਹਿ ਰਹੇ ਆ, ਉਹਨਾਂ ਨੂੰ ਨਾ ਡਿਸਟਰਬ ਕਰੋ। ਉਹਨਾਂ ਨੇ ਕਿੱਥੇ ਦੇਖਿਆ ਕਿ ਪਾਕਿਸਤਾਨ 'ਚ ਕੀ ਮੁਸੀਬਤ ਹੈ, ਕੀ ਮੁਸ਼ਕਲਾਤ ਤੋਂ ਪਾਕਿਸਤਾਨੀ ਗੁਜ਼ਰ ਰਹੇ ਆ। ਇਹ ਤੇ ਮੇਰਾ ਜਿਹੜਾ ਦਿਲ ਹੈ ਉਹ ਖੂਨ ਦੇ ਆਂਸੂ ਰੋਂਦਾ ਹੈ ਕਿ ਯਾਰ ਕੀ ਮਤਲਬ ਕੀ ਜ਼ੁਲਮ ਹੈ। ਉਹ ਪਾਕਿਸਤਾਨ ਜਿਹਦੇ ਲਈ ਮੇਰੇ ਵਾਲਦੈਨ ਕੁਰਬਾਨੀ ਦੇ ਕੇ ਆਏ, ਠੀਕ ਹੈ, ਉਹ ਪਾਕਿਸਤਾਨ ਦੇ ਹਾਲਾਤ ਨੇ। ਅੱਲਾ ਮਾਫ ਕਰੇ। ਹਿੰਮਤ ਫੜੋ, ਜੁਰਤ ਫੜੋ, ਲਿਵ ਲਾਈਫ ਯੋਰ ਓਨ ਵੇ। ਇਹ ਟੁਚਕੜੀਆਂ ਤੋਂ ਨਿਕलो, टिकटॉक टाइप शोबाजियाँ, बदमाशियाँ, गुंडागर्दियाँ, आज वहाँ लाश पड़ी थी, कल वहाँ लाश पड़ी थी। अपना बहुत ख्याल रखो। कल तक के लिए इजाज़त। अल्लाह ने के बाद।